ਮੋਦੀ ਜੀ ਇੱਕ ਇੱਕ ਪਾਰਟੀ ਦੇ ਪ੍ਰਾਈਮ ਮਿਨਿਸਟਰ ਨਹੀਂ ਗੇ, ਉਹ ਸਾਰੀ ਆਲ ਓਵਰ ਇੰਡੀਆ ਦੇ ਪ੍ਰਾਈਮ ਮਿਨਿਸਟਰ ਆ, ਤੇ ਉਹਨਾਂ ਨੂੰ ਐਟਲੀਸਟ ਇੱਕ ਹਿਊਮੈਨਿਟੀ ਵਾਈਜ਼ ਵੀ ਇੱਕ ਤੁਹਾਨੂੰ ਦਿੱਲੀ ਦੇ ਬਾਰਡਰ ਦੇ ਉੱਤੇ ਆ ਕੇ ਵੇਖ ਲੈਣਾ ਚਾਹੀਦਾ ਸੀਗਾ। ਪਹਿਲੋਂ ਤਾਂ ਚਲੋ ਮੰਨੇ ਹੀ ਨਹੀਂ ਸੀਗੇ ਕਿ ਅਸੀਂ ਕਿਸਾਨ ਆ, ਬਹੁਤ ਤਰ੍ਹਾਂ ਦੇ ਮੈਨੂੰ ਐਲੀਗੇਸ਼ਨ ਮੈਨੂੰ ਖੁਦ ਕਹਿੰਦੇ ਸੀਗੇ ਨਕਸਲਵਾਦ ਨਹੀਂ। ਸਭ ਤੋਂ ਪਹਿਲੋਂ ਨਕਸਲਵਾਦ ਨਹੀਂ, ਕਾਮਰੇਡ ਨਹੀਂ, ਗੱਦਾਰ, ਬਹੁਤ ਸਾਰੇ ਸ਼ਬਦ ਇਹਨਾਂ ਨੇ ਯੂਜ਼ ਕੀਤੇ, ਅਟੈਕ ਕੀਤੇ, ਤਾਂ ਕਿ ਮੇਰਾ ਇੱਕ ਮੋਰਲ ਜਿਹੜਾ ਆ ਉਹ ਡਾਊਨ ਕੀਤਾ ਜਾਵੇ। ਮੇਰਾ ਜਜ਼ਬਾ ਜਿਸ ਤਰੀਕੇ ਦੇ ਨਾਲ ਪਹਿਲੋਂ ਸੀਗਾ ਕਿਸਾਨਾਂ ਦੇ ਨਾਲ, ਉਸੇ ਤਰੀਕੇ ਦੇ ਨਾਲ ਅੱਜ ਹੈ। ਚਲੋ ਅੱਜ ਅਸੀਂ ਫਤਿਹ ਕੀਤਾ ਹੈ, ਬਾਕੀ ਜਿੱਦਣ ਪਾਰਲੀਮੈਂਟ ਦੇ ਵਿੱਚ ਹੋ ਜਾਂਦੇ ਨੇ ਇੱਕ ਰਿਟਨ, ਉਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਜਿਹੜਾ ਧਰਨੇ ਦੇ ਬਾਅਦ ਲਖੀਮਪੁਰ ਖੀਰੀ ਦੇ ਵਿੱਚ ਜੋ ਹੋਇਆ ਹੈ, ਉਹਦੇ ਬਾਅਦ ਉਹ ਜਿਹੜਾ ਬੰਦਾ ਹੈ, ਟੈਨੀ ਦਾ ਮੁੰਡਾ ਹੈ ਜਿਹੜਾ, ਉਹਨੂੰ ਜੇਲ੍ਹ 'ਚ ਪਾਇਆ। ਉਹਦਾ ਸੁਪਰੀਮ ਕੋਰਟ ਦੀ ਜਿਹੜੀ ਹੀਅਰਿੰਗ ਅੱਗੇ ਕੀਤੀ ਜਾ ਰਹੀ ਹੈ। ਹੁਣ ਵੀ ਇੱਥੇ ਰਿਟਾਇਰਡ ਸਾਡੇ ਜੱਜ ਉਹਨਾਂ ਦੇ ਕੋਲ ਭੇਜੀ ਹੈ। ਸੋ ਮੇਰੀ ਅਪੀਲ ਹੈ ਕਿ ਸਾਡੇ ਭਰਾਵਾਂ ਨੂੰ ਜਿਹੜਾ ਚੁੱਕਿਆ ਹੈ ਉੱਥੇ, ਇਹ ਬਿਨਾਂ ਮਤਲਬ ਤੋਂ ਚੁੱਕਿਆ ਹੈ, ਜੇਲ੍ਹ ਦੇ ਵਿੱਚ ਪਾਇਆ ਹੈ, ਉਹਨਾਂ ਬਾਰੇ ਵੀ ਆਪਾਂ ਨੂੰ ਇੱਕ ਅਪੀਲ ਰੱਖਣੀ ਚਾਹੀਦੀ ਹੈ ਵੀ ਉਹਨਾਂ ਨੂੰ ਵੀ ਉਹਨਾਂ ਦੇ ਪਰਚੇ ਜਿਹੜੇ ਵੀ ਨਜਾਇਜ਼ ਜਿਹੜੀਆਂ ਚੀਜ਼ਾਂ ਕੀਤੀਆਂ ਨੇ ਉਹ ਮਾफ़ ਕਰ ਦੇਣੀਆਂ ਚਾਹੀਦੀਆਂ ਨੇ। ਜਿਨ੍ਹਾਂ ਨੇ ਵਿਰੋਧ ਕੀਤਾ ਹੈ, ਕੱਲ੍ਹ ਨੂੰ ਉਹਨਾਂ ਨੂੰ ਬਹੁਤ ਤਰੀਕੇ ਦੀਆਂ ਪ੍ਰੋਬਲਮਸ ਫੇਸ ਕੀਤੀਆਂ, ਹਰਾਸਮੈਂਟ ਹੋ ਸਕਦੀ ਹੈ, ਬਿਕਾਜ਼ ਸਾਡੇ ਪੰਜਾਬ 'ਚ ਸਾਨੂੰ ਪਤਾ ਹੈ ਬੀਜੇਪੀ ਗਵਰਨਮੈਂਟ ਨਹੀਂ ਆਊਗੀ। ਕੱਲ੍ਹ ਦੀ ਸਟੇਟਮੈਂਟ ਹੀ ਸੀਗੀ, ਮੈਂ ਕਨਕਲੇਵ ਦੇ ਵਿੱਚ ਮੈਨੂੰ ਬੀਜੇਪੀ ਲੀਡਰ ਨੇ ਕਿਹਾ ਵੀ ਜੇ ਕਾਂਗਰਸ ਦੀ ਸਰਕਾਰ ਹੁੰਦੀ ਤਾਂ ਤੁਹਾਨੂੰ 2-3 ਮਹੀਨਿਆਂ ਦੇ ਵਿੱਚ ਹੀ ਗੋਲੀਆਂ ਮਾਰ ਕੇ ਡਾ ਦੇਣਾ ਸੀਗਾ। ਤੁਸੀਂ ਇਹ ਦੇਖੋ ਵੀ ਇਹਨਾਂ ਦੇ ਵਿੱਚ ਗਟਸ ਕਿੰਨੇ ਹੈ, ਵੀ ਗੱਲਾਂ ਇਨਡਾਇਰੈਕਟਲੀ ਘੁਮਾ ਕੇ ਕਿੰਨੀਆਂ ਗੱਲਾਂ ਕਰਦੇ ਨੇ। ਚਲੋ ਸ਼ੁਕਰ ਹੈ ਅੱਜ ਸਾਡਾ ਬਿੱਲ ਮਾਫ ਹੋ ਗਏ ਨੇ, ਬਟ ਧਮਕੀਆਂ ਦੇਖ ਲਓ ਤੁਸੀਂ। ਮੈਂ ਸਰਕਾਰ ਦੇ ਓਵਰਆਲ ਵਿਊ ਨੂੰ ਮੈਂ ਬਿਲਕੁਲ ਖੁਸ਼ ਨਹੀਂ ਹਾਂ। ਪਿਛਲੇ 5 ਸਾਲ ਕੁਛ ਨਹੀਂ ਕੀਤਾ। ਨੰਬਰ ਕਿੰਨੇ ਦੋਗੇ? ਮੈਂ ਨੰਬਰ ਕੀ, ਮੈਂ ਬਿਲਕੁਲ ਮਤਲਬ ਮੈਂ ਕੁਛ ਕੰਮ ਹੀ ਨਹੀਂ ਕੀਤਾ ਪਿਛਲੇ ਹੁਣ ਲੰਬੇ ਟਾਈਮ ਤੋਂ। ਤੁਸੀਂ ਇਹ ਸੋਚ ਲਓ ਵੀ ਸਰਕਾਰ ਨੇ ਵੀ ਹੁਣ ਚੰਨੀ ਸਰਕਾਰ ਤੇ ਹੁਣ ਬਣੀ ਹੈ, ਇਹਨਾਂ ਨੇ ਤੇ ਸਿਰਫ ਕਰਜ਼ੇ ਮਾਫ ਕੀਤੇ ਨੇ, ਇਹ ਕੀਤੇ ਨੇ, ਉਹ ਕੀਤੇ ਨੇ। ਠੀਕ ਆ, ਮੈਂ ਜਿਹੜੀ ਗੱਲਾਂ ਕਰ ਰਹੀ ਹਾਂ ਕਿਸਾਨਾਂ ਦੀ, ਜਿਹੜੀ MSP ਦੀਆਂ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਵੀ ਸਾਨੂੰ ਦਾਲਾਂ ਦੇ ਉੱਤੇ, ਸਬਜ਼ੀਆਂ ਦੇ ਉੱਤੇ, ਇਹ ਸਾਰੀਆਂ ਚੀਜ਼ਾਂ ਦੇ ਉੱਤੇ, ਇਹ ਕਿਸੇ ਵੀ ਸਰਕਾਰ ਨੇ ਹਜੇ ਤੱਕ ਕੋਈ ਗੱਲ ਨਹੀਂ ਕੀਤੀ। ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਲਗਾਤਾਰ 1 ਸਾਲ ਤੋਂ ਸੰਘਰਸ਼ ਕਰ ਰਹੇ ਸੀ, ਤੇ ਅੱਜ ਪਵਿੱਤਰ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ ਕੀਤਾ ਗਿਆ ਕਿ ਇਹ ਜਿਹੜੇ ਕਾਨੂੰਨ ਹੈਗੇ ਨੇ ਇਹਨਾਂ ਨੂੰ ਅਸੀਂ ਵਾਪਸ ਲੈਂਦੇ ਹਾਂ, ਰੱਦ ਕਰਦੇ ਹਾਂ, ਅਤੇ ਇਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਇੱਕ ਨਵਾਂ ਮਾਹੌਲ ਬਣਿਆ। ਰਾਜਨੀਤਿਕ ਹਲਚਲ ਵੀ ਹੋਈ ਹੈ ਤੇ ਤਮਾਮ ਜਿਹੜੇ ਚਾਰਾਜੋਈਆਂ ਬਹੁਤ ਸਾਰੀਆਂ ਸ਼ੁਰੂ ਹੋ ਚੁੱਕੀਆਂ ਨੇ। ਇਹੋ ਜਿਹੇ ਮਾਹੌਲ ਦੇ ਵਿੱਚ ਸੋਨੀਆ ਮਾਨ ਅੱਜ ਕੱਲ੍ਹ ਬਹੁਤ ਚਰਚਾ ਦੇ ਵਿੱਚ ਨੇ। ਬੀਤੇ ਕੁਝ ਦਿਨਾਂ ਤੋਂ ਲਗਾਤਾਰ ਸੋਸ਼ਲ ਮੀਡੀਆ ਤੇ ਟ੍ਰਾਇਲ ਵੀ ਇੱਕ ਚੱਲਦਾ ਪਿਆ ਸੀਗਾ ਕਿ ਉਹ ਰਾਜਨੀਤਿਕ ਪਾਰਟੀ ਜੁਆਇਨ ਕਰ ਰਹੇ ਨੇ, ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਸਪਸ਼ਟ ਕੀਤਾ ਕਿ ਮੈਂ ਰਾਜਨੀਤਿਕ ਪਾਰਟੀ ਹਾਲੇ ਜੁਆਇਨ ਨਹੀਂ ਕਰ ਰਹੀ। ਸਾਡੇ ਨਾਲ ਸੋਨੀਆ ਮਾਨ ਜੀ ਨੇ। ਸੋਨੀਆ ਜੀ, ਸਭ ਤੋਂ ਪਹਿਲਾਂ ਦੈਨਿਕ ਸਵੇਰਾ 'ਚ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸੋਨੀਆ ਜੀ, ਬੜਾ ਲੰਬਾ ਚੌੜਾ ਟ੍ਰਾਇਲ ਤੁਹਾਡੇ ਤੇ ਚੱਲਿਆ, ਲਗਾਤਾਰ ਤੁਹਾਨੂੰ ਟਾਰਗੇਟ ਤੇ ਲਿਆਂਦਾ ਗਿਆ। ਉਸ ਤੋਂ ਬਾਅਦ ਹੁਣ ਇਹ ਕਾਨੂੰਨ ਜਿਹੜੇ ਹੈਗੇ ਆ ਪ੍ਰਧਾਨ ਮੰਤਰੀ ਨੇ ਅਨਾਉਂਸ ਕਰਤਾ ਕਿ ਅਸੀਂ ਰੱਦ ਕਰਦੇ ਹਾਂ, ਵਾਪਸ ਲੈਂਦੇ ਹਾਂ। ਕਿਵੇਂ ਮਹਿਸੂਸ ਹੁੰਦਾ ਹੈ, ਕਿਉਂਕਿ ਤੁਸੀਂ ਤਾਂ ਬਹੁਤ ਘਾਲਣਾ ਘਾਲੀ ਇਸ ਮਸਲੇ ਦੇ ਵਿੱਚ, ਪੂਰਾ ਸਾਲ ਐਕਟਿਵ ਰਹੇ ਆ, ਮੈਂ ਵੀ ਕਵਰ ਕਰਦਾ ਰਿਹਾ, ਤੁਹਾਨੂੰ ਕਿਵੇਂ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਹੈ, ਖੁਸ਼ੀ ਹੋ ਰਹੀ ਹੈ। ਅਸੀਂ ਅੰਦੋਲਨਾਂ ਬਾਰੇ ਸੁਣਦੇ ਸੀਗੇ, ਪਗੜੀ ਸੰਭਾਲ ਜੱਟਾ, ਕਿ ਅੰਦੋਲਨ ਜਿੱਤਿਆ ਸੀਗਾ ਭਗਤ ਸਿੰਘ ਦੇ ਚਾਚਾ ਜੀ ਨੇ ਅੰਗਰੇਜ਼ਾਂ ਦੇ ਖਿਲਾਫ, ਤੇ ਇਸ ਅੰਦੋਲਨ ਨੂੰ ਜਿੱਦਣ ਲੈ ਕੇ ਮਤਲਬ ਛੋਟੇ ਛੋਟੇ ਇੱਕ ਮੋਰਚਿਆਂ ਤੋਂ ਸ਼ੁਰੂ ਹੁੰਦੇ ਹੋਏ ਦਿੱਲੀ ਜਾਂਦੇ ਹੋਏ ਸਾਰੇ ਕਿਤੇ ਐਕਸਪੀਰੀਅੰਸ ਕੀਤਾ ਹੈ। ਡਿਫਰੈਂਟ ਸਟੇਟਸ ਦੇ ਵਿੱਚ ਜਾ ਕੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ, ਬਿੱਲਾਂ ਬਾਰੇ ਪਿੰਡਾਂ 'ਚ ਸਮਝਾਇਆ। ਮਤਲਬ ਬਹੁਤ ਖੁਸ਼ੀ ਹੋ ਰਹੀ ਹੈ ਕਿ ਐਟਲੀਸਟ ਐਂਡ ਆਫ ਦਾ ਡੇ ਮੋਦੀ ਸਰਕਾਰ ਦੇ ਉੱਤੇ ਕੁਛ ਨਾ ਕੁਛ ਤੇ ਫਰਕ ਪਿਆ। ਕੱਲ੍ਹ ਵੀ ਨਿਊਜ਼ 24 ਦੇ ਉੱਤੇ ਇੱਕ ਸਾਡਾ ਕਨਕਲੇਵ ਚੱਲਿਆ ਸੀਗਾ, ਉਹਦੇ ਵਿੱਚ ਵੀ ਮੈਂ ਇੱਕੋ ਗੱਲ ਕਹੀ ਸੀਗੀ ਕਿ ਮੋਦੀ ਜੀ ਇੱਕ ਪਾਰਟੀ ਦੇ ਪ੍ਰਾਈਮ ਮਿਨਿਸਟਰ ਨਹੀਂ ਗੇ, ਉਹ ਸਾਰੀ ਆਲ ਓਵਰ ਇੰਡੀਆ ਦੇ ਪ੍ਰਾਈਮ ਮਿਨਿਸਟਰ ਆ, ਤੇ ਉਹਨਾਂ ਨੂੰ ਐਟਲੀਸਟ ਇੱਕ ਹਿਊਮੈਨਿਟੀ ਵਾਈਜ਼ ਵੀ ਇੱਕ ਤੁਹਾਨੂੰ ਦਿੱਲੀ ਦੇ ਬਾਰਡਰ ਦੇ ਉੱਤੇ ਆ ਕੇ ਵੇਖ ਲੈਣਾ ਚਾਹੀਦਾ ਸੀਗਾ। ਸੋ ਪਹਿਲੋਂ ਤਾਂ ਚਲੋ ਮੰਨੇ ਹੀ ਨਹੀਂ ਸੀਗੇ ਕਿ ਅਸੀਂ ਕਿਸਾਨ ਆ, ਬਹੁਤ ਤਰ੍ਹਾਂ ਦੇ ਮੈਨੂੰ ਐਲੀਗੇਸ਼ਨ ਮੈਨੂੰ ਖੁਦ ਕਹਿੰਦੇ ਸੀਗੇ ਨਕਸਲਵਾਦ ਨਹੀਂ, ਸੋ ਮੈਨੂੰ ਕਾਮਰੇਡ ਨਹੀਂ। ਮੈਂ ਇਸ ਅੰਦੋਲਨ ਦੇ ਵਿੱਚੋਂ ਬਹੁਤ ਸਾਰੇ ਸ਼ਬਦ ਆਪਣੇ ਦੇ ਉੱਤੇ ਜਿਹੜੇ ਮੇਰੇ ਉੱਤੇ ਤੁਹਾਡੇ ਲਈ ਗੱਦਾਰ ਤੱਕ ਸੋਸ਼ਲ ਮੀਡੀਆ ਤੇ ਸ਼ਬਦ ਯੂਜ਼ ਕੀਤਾ ਗਿਆ। ਸਭ ਤੋਂ ਪਹਿਲੋਂ ਨਕਸਲਵਾਦ ਨਹੀਂ, ਕਾਮਰੇਡ ਨਹੀਂ,
ਗੱਦਾਰ, ਬਹੁਤ ਸਾਰੇ ਸ਼ਬਦ ਇਹਨਾਂ ਨੇ ਯੂਜ਼ ਕੀਤੇ, ਅਟੈਕ ਕੀਤੇ, ਤਾਂ ਕਿ ਮੇਰਾ ਇੱਕ ਮੋਰਲ ਜਿਹੜਾ ਆ ਉਹ ਡਾਊਨ ਕੀਤਾ ਜਾਵੇ। ਉਸ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਬਾਰੇ ਬਹੁਤ ਬਕਵਾਸ ਕੀਤੀ, ਮੇਰੀਆਂ ਪਿਕਚਰਸ ਨੂੰ ਲਾ ਕੇ, ਕਿਉਂਕਿ ਇਹਨਾਂ ਨੂੰ ਇਹ ਲੱਗਦਾ ਵੀ ਇਸ ਬੰਦੇ ਦੀ ਕਮਜ਼ੋਰੀ ਕਿੱਥੇ ਹੈ, ਇਹਨੂੰ ਕਿੱਥੋਂ ਢਾਹ ਲਾਈ ਜਾਵੇ। ਚਲੋ ਠੀਕ ਹੈ, ਜੋ ਵੀ ਹੋਇਆ, ਬਟ ਐਕਸਪੀਰੀਅੰਸ ਕੀਤਾ ਇਸ ਅੰਦੋਲਨ ਦੇ ਵਿੱਚ ਵੀ ਤੁਹਾਡੇ ਨਾਲ ਕੀ ਫੇਸ ਕੀਤਾ ਜਾ ਸਕਦਾ ਹੈ। ਬਟ ਮੈਂ ਸੋਚਦੀ ਹਾਂ ਵੀ ਜਿਹੜੇ ਸਾਡੇ ਬਜ਼ੁਰਗ ਅੰਦੋਲਨ ਕਰਦੇ ਸੀਗੇ, ਉਦੋਂ ਸੋਸ਼ਲ ਮੀਡੀਆ ਨਹੀਂ ਸੀਗਾ, ਜਦੋਂ ਉਹ ਇੱਕ ਛੁਪ ਕੇ ਮੀਟਿੰਗਸ ਕਰਦੇ ਹੁੰਦੇ ਸੀ। ਚਲੋ ਅੱਜ ਤੇ ਸੋਸ਼ਲ ਮੀਡੀਆ ਦੇ ਉੱਤੇ ਵਾਰ ਕਰਦੇ ਆ, ਉਸ ਜ਼ਮਾਨਿਆਂ ਦੇ ਵਿੱਚ ਵਿਅਕਤੀਗਤ ਰੂਪ ਦੇ ਵਿੱਚ ਲੋਕਾਂ ਨੂੰ ਮਾਰਿਆ ਜਾਂਦਾ ਸੀਗਾ। ਉਹ ਕਿੰਨਾ ਜ਼ਿਆਦਾ ਔਖਾ ਸੀਗਾ ਉਹਨਾਂ ਵਾਸਤੇ, ਜਦੋਂ ਉਹ ਗੁਪਤ ਮੀਟਿੰਗਸ ਰੱਖ ਕੇ ਇੱਕ ਅੰਦੋਲਨ ਨੂੰ ਲੜਦੇ ਸੀਗੇ। ਉਹ ਬਹੁਤ ਵੱਡੀ ਕੁਰਬਾਨੀ ਹੈ ਜਿਨ੍ਹਾਂ ਤੋਂ ਅਸੀਂ ਅੱਜ ਅੰਦੋਲਨ ਕਰ ਰਹੇ ਹਾਂ ਔਰ ਸਿੱਖ ਰਹੇ ਹਾਂ, ਔਰ ਵਧੀਆ ਗੱਲ ਹੈ। ਉਦੋਂ ਅਲੱਗ ਕਿਸਮ ਦੀਆਂ ਹਰਡਲਸ ਸੀਗੀਆਂ, ਬੈਰੀਅਰ ਸੀਗੇ ਕਿ ਮਿਲ ਨਹੀਂ ਦਿੱਤਾ ਜਾਂਦਾ ਸੀ, ਹੈ ਨਾ। ਸੋਸ਼ਲ ਮੀਡੀਆ ਤਾਂ ਖੈਰ ਨਹੀਂ ਸੀ, ਲੇਕਿਨ ਹੋਰ ਬਹੁਤ ਸਾਰੀਆਂ ਚੀਜ਼ਾਂ, ਤੁਹਾਡੇ ਪਿਤਾ ਜੀ ਨੇ ਵੀ ਬਹੁਤ ਕੁਛ ਆ, ਜਾਂ ਗੁਪਤ ਮੀਟਿੰਗਸ ਹੁੰਦੀਆਂ ਸੀਗੀਆਂ, ਚਿੱਠੀਆਂ ਦੇ ਥਰੂ ਮੈਸੇजेस ਜਾਂਦੇ ਸੀਗੇ। ਵੇਖੋ ਬਹੁਤ ਔਖਾ ਟਾਈਮ ਸੀਗਾ, ਲੋਕੀ ਘਰੋਂ ਬਾਹਰ ਨਹੀਂ ਨਿਕਲ ਸਕਦੇ ਸੀਗੇ। ਸੋ ਸਾਰੀਆਂ ਚੀਜ਼ਾਂ ਸੀਗੀਆਂ। ਅੱਜ ਤੇ ਚਲੋ ਐਲੀਗੇਸ਼ਨਸ ਲਾਉਂਦੇ ਨੇ ਮੇਰੇ ਤੇ ਚਲੋ ਬਹੁਤ ਸਾਰੇ ਲਾਏ ਨੇ ਮੈਨੂੰ, ਪਰ ਮੇਰਾ ਜਜ਼ਬਾ ਜਿਸ ਤਰੀਕੇ ਦੇ ਨਾਲ ਪਹਿਲੋਂ ਸੀਗਾ ਕਿਸਾਨਾਂ ਦੇ ਨਾਲ, ਉਸੇ ਤਰੀਕੇ ਦੇ ਨਾਲ ਅੱਜ ਹੈ। ਚਲੋ ਅੱਜ ਅਸੀਂ ਫਤਿਹ ਕੀਤਾ ਹੈ, ਬਾਕੀ ਜਿੱਦਣ ਪਾਰਲੀਮੈਂਟ ਦੇ ਵਿੱਚ ਹੋ ਜਾਂਦੇ ਨੇ ਇੱਕ ਰਿਟਨ, ਉਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਜਿਹੜਾ ਧਰਨੇ ਦੇ ਬਾਰੇ। ਪਰ ਮੇਰੀ ਇੱਕ ਹੋਰ ਅਪੀਲ ਹੈ ਆਪਣੀ ਪਰਸਨਲ ਤੌਰ ਦੇ ਉੱਤੇ, ਲਖੀਮਪੁਰ ਖੀਰੀ ਦੇ ਵਿੱਚ ਜੋ ਹੋਇਆ ਉਹਦੇ ਬਾਅਦ ਉਹ ਜਿਹੜਾ ਬੰਦਾ ਹੈ, ਟੈਨੀ ਦਾ ਮੁੰਡਾ ਹੈ ਜਿਹੜਾ, ਉਹਨੂੰ ਜੇਲ੍ਹ 'ਚ ਪਾਇਆ, ਉਹਦਾ ਸੁਪਰੀਮ ਕੋਰਟ ਦੀ ਜਿਹੜੀ ਹੀਅਰਿੰਗ ਅੱਗੇ ਕੀਤੀ ਜਾ ਰਹੀ ਹੈ। ਹੁਣ ਵੀ ਇੱਥੇ ਰਿਟਾਇਰਡ ਸਾਡੇ ਜੱਜ ਉਹਨਾਂ ਦੇ ਕੋਲ ਭੇਜੀ ਹੈ। ਸੋ ਮੇਰੀ ਅਪੀਲ ਹੈ ਕਿ ਸਾਡੇ ਭਰਾਵਾਂ ਨੂੰ ਜਿਹੜਾ ਚੁੱਕਿਆ ਹੈ ਉੱਥੇ, ਇਹ ਬਿਨਾਂ ਮਤਲਬ ਤੋਂ ਚੁੱਕਿਆ ਹੈ, ਜੇਲ੍ਹ ਦੇ ਵਿੱਚ ਪਾਇਆ ਹੈ, ਉਹਨਾਂ ਬਾਰੇ ਵੀ ਆਪਾਂ ਨੂੰ ਇੱਕ ਅਪੀਲ ਰੱਖਣੀ ਚਾਹੀਦੀ ਹੈ ਵੀ ਉਹਨਾਂ ਨੂੰ ਵੀ ਉਹਨਾਂ ਦੇ ਪਰਚੇ ਜਿਹੜੇ ਵੀ ਨਜਾਇਜ਼ ਜਿਹੜੀਆਂ ਚੀਜ਼ਾਂ ਕੀਤੀਆਂ ਨੇ ਉਹ ਮਾਫ਼ ਕਰ ਦੇਣੀਆਂ ਚਾਹੀਦੀਆਂ ਨੇ। ਉਹਨਾਂ ਅੰਦੋਲਨਾਂ ਦੇ ਵਿੱਚ ਸਾਰਿਆਂ ਦੇ ਪਰਚੇ ਜਿੰਨੇ ਵੀ ਹੁੰਦੇ ਹੈ, ਭਾਵੇਂ ਉਹ ਹਰਿਆਣੇ ਦੇ ਵਿੱਚ ਹੋਏ ਨੇ, ਰਾਜਸਥਾਨ ਦੇ ਵਿੱਚ ਹੋਏ ਨੇ, ਸਾਰਿਆਂ ਦੇ ਹੋਏ ਨੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਖਾਰਜ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ। 700 ਕਰੀਬ ਹੁਣ ਤੱਕ ਸ਼ਹੀਦੀਆਂ ਵੀ ਹੋ ਚੁੱਕੀਆਂ, ਕਿਸਾਨ ਆਪਣੀਆਂ ਜਾਨਾਂ ਗਵਾ ਚੁੱਕੇ ਨੇ। ਬੜੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਕਹਿੰਦੀਆਂ ਨੇ ਕਿ ਉਹਨਾਂ ਨੂੰ ਮੁਆਵਜ਼ਾ ਵੀ ਮਿਲਣਾ ਚਾਹੀਦਾ, ਜਿਵੇਂ ਲਖੀਮਪੁਰ ਖੀਰੀ ਦੇ ਵਿੱਚ ਮੁਆਵਜ਼ਾ ਇੱਕ ਮੋਟੀ ਰਕਮ ਦਿੱਤੀ ਗਈ ਆ, ਤਾਂ ਇਸ ਤਰੀਕੇ ਦਾ ਮੁਆਵਜ਼ਾ ਉਹਨਾਂ ਨੂੰ ਵੀ ਦਿਓ, ਕਿਉਂਕਿ ਜਾਨਾਂ ਤਾਂ ਗਈਆਂ ਵਾਪਸ ਨਹੀਂ ਆਉਣਗੀਆਂ, ਲੇਕਿਨ ਮੁਆਵਜ਼ਾ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਸੈਂਟਰ ਸਰਕਾਰ ਨੂੰ ਦੇਣਾ ਚਾਹੀਦਾ। ਆਫਕੋਰਸ ਦੇਣਾ ਚਾਹੀਦਾ ਹੈ, ਕਿਉਂਕਿ ਉਹ ਇਸ ਅੰਦੋਲਨ ਦੇ ਬਹੁਤ ਉਹਨਾਂ ਨੇ ਵੱਡੀ ਗੱਲ ਹੈ, ਸ਼ਹਾਦਤ ਦੇਣੀ ਅੰਦੋਲਨ ਦੇ ਵਿੱਚ। ਜਿੰਨੇ ਵੀ ਲੋਕਾਂ ਨੇ ਹਿੱਸਾ ਲਿਆ ਉਹ ਸ਼ਹੀਦ ਹੋਏ ਨੇ, ਔਰ ਉਹਨਾਂ ਦੇ ਪਰਿਵਾਰਾਂ ਨੂੰ ਜੋ ਇੱਕ ਧੱਕਾ ਵੀ ਲੱਗਿਆ, ਜੋ ਉਹਨਾਂ ਦੀ ਸਪੋਰਟ ਵੀ ਆ, ਉਹ ਐਕਚੁਅਲੀ ਫਾਈਨੈਂਸ਼ੀਅਲ ਤੌਰ ਦੇ ਉੱਤੇ ਵੀ, ਨੌਕਰੀਆਂ ਪੱਖੋਂ ਵੀ ਸੈਂਟਰਲ ਗਵਰਨਮੈਂਟ ਨੂੰ ਕਰਨੀ ਚਾਹੀਦੀ ਹੈ। ਔਰ ਕਿਉਂਕਿ ਜੇ ਸੈਂਟਰਲ ਗਵਰਨਮੈਂਟ ਨਾ ਬਿੱਲ ਲੈ ਕੇ ਆਉਂਦੀ ਤੇ ਅਸੀਂ ਅੰਦੋਲਨ ਨਹੀਂ ਕਰਦੇ। ਜੇ ਅਸੀਂ ਅੰਦੋਲਨ ਕੀਤਾ ਹੈ ਤੇ ਜਾਂ ਪਹਿਲੇ ਦਿਨ ਰੱਦ ਕਰ ਦਿੰਦੇ ਤੇ ਇੰਨਾ ਨੁਕਸਾਨ ਨਹੀਂ ਹੁੰਦਾ। ਜਾਨੀ ਨੁਕਸਾਨ ਵੀ ਹੈ, ਟਾਈਮ ਦਾ ਨੁਕਸਾਨ ਵੀ, ਸਾਰੀਆਂ ਚੀਜ਼ਾਂ ਦਾ ਨੁਕਸਾਨ ਜੋ ਵੀ ਹੋਇਆ ਉਸ ਨੂੰ ਭਰਨ ਵਾਸਤੇ ਸੈਂਟਰਲ ਗਵਰਨਮੈਂਟ ਨੂੰ ਨੌਕਰੀਆਂ ਵੀ ਉਹਨਾਂ ਨੂੰ ਦੇਣੀਆਂ ਚਾਹੀਦੀਆਂ ਆ, ਉਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਵੀ ਕਰਨੀ ਚਾਹੀਦੀ ਹੈ। ਔਰ ਖਾਸ ਕਰਕੇ ਜਿਹੜੇ ਮੈਨੂੰ ਬਾਰ-ਬਾਰ ਮੈਂ ਇੱਕੋ ਗੱਲ ਰਿਪੀਟ ਇਸ ਕਰਕੇ ਕਰਦੀ ਹਾਂ, ਲਖੀਮਪੁਰ ਖੀਰੀ ਦੀ ਮੈਂ ਗੱਲ ਕਿਉਂ ਕਰਦੀ ਹਾਂ, ਯੂਪੀ ਦੀ ਗੱਲ ਮੈਂ ਬਾਰ-ਬਾਰ ਕਿਉਂ ਕਰਦੀ ਹਾਂ। ਵੇਖੋ ਅਸੀਂ ਪੰਜਾਬ ਦੇ ਵਿੱਚ ਹਾਂ, ਪੰਜਾਬ ਹਰਿਆਣਾ ਦੇ ਵਿੱਚ ਜਿਹੜੇ ਪਿੰਡ ਹੈ ਅਸੀਂ ਇਕੱਠੇ ਬੈਠੇ ਹਾਂ ਸਾਰੇ। ਯੂਪੀ ਦੇ ਵਿੱਚ ਜਿਹੜੇ ਸਾਡੇ ਭਰਾ ਆ ਨਾ, ਉਹ ਡੇਰਿਆਂ ਤੇ ਬੈਠੇ ਨੇ, ਬੜੀ ਦੂਰ ਬੈਠੇ ਨੇ, ਤੇ ਉਹਨਾਂ ਦੀ ਜਿਹੜੀ ਆਵਾਜ਼ ਹੈ, ਮਤਲਬ ਉਹ ਪੰਜਾਬੀ ਅਲੱਗ-ਅਲੱਗ ਜਗ੍ਹਾ ਦੇ ਉੱਤੇ ਬੈਠੇ ਆ ਜਿਨ੍ਹਾਂ ਨੇ ਵਿਰੋਧ ਕੀਤਾ ਹੈ। ਕੱਲ੍ਹ ਨੂੰ ਉਹਨਾਂ ਨੂੰ ਬਹੁਤ ਤਰੀਕੇ ਦੀਆਂ ਪ੍ਰੋਬਲਮਸ ਫੇਸ ਕੀਤੀਆਂ, ਹਰਾਸਮੈਂਟ ਹੋ ਸਕਦੀ ਹੈ, ਬਿਕਾਜ਼ ਸਾਡੇ ਪੰਜਾਬ 'ਚ ਸਾਨੂੰ ਪਤਾ ਹੈ ਬੀਜੇਪੀ ਗਵਰਨਮੈਂਟ ਨਹੀਂ ਆਊਗੀ। ਸਾਨੂੰ ਪਤਾ ਹੈ ਹਰਿਆਣੇ ਦੇ ਵਿੱਚ ਵੀ ਲੋਕੀ ਬਹੁਤ ਇਕੱਠੇ ਹੋ ਕੇ ਚੱਲਦੇ ਨੇ, ਇਕਜੁੱਟ ਹੋ ਕੇ ਚੱਲਦੇ ਨੇ, ਔਰ ਇੱਕ ਪਿੰਡਾਂ ਦੇ ਪਿੰਡ ਵਸੇ ਪਏ ਨੇ, ਵਿਰੋਧ ਕਰਦੇ ਨੇ ਤੇ ਇਕੱਠੇ ਜੁੜ ਜਾਂਦੇ ਨੇ। ਪਰ ਯੂਪੀ ਦੇ ਵਿੱਚ ਲੋਕੀ ਬਹੁਤ ਦੂਰ ਡੇਰਿਆਂ ਤੇ ਬੈਠੇ ਨੇ, ਔਰ ਪੰਜਾਬੀ ਬੈਲਟਸ ਬਹੁਤ ਘੱਟ ਨੇ। ਔਰ ਜੋ ਇੱਕ ਲਖੀਮਪੁਰ ਖੀਰੀ ਦੇ ਵਿੱਚ ਕੇਸ ਅੱਗੇ ਹੋ ਚੁੱਕਿਆ ਹੈ, ਉੱਥੋਂ ਦੇ ਲੋਕਾਂ ਨੂੰ ਆਪਾਂ ਨੂੰ ਥੋੜੀ ਜਿਹੀ ਸਪੋਰਟ ਕਰਨੀ ਚਾਹੀਦੀ ਹੈ, ਔਰ ਥੋੜਾ ਜਿਹਾ ਦਬਾਅ ਬਣਾਉਣਾ ਚਾਹੀਦਾ ਹੈ। ਉਹ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿਣਾ ਚਾਹੀਦਾ ਵੀ ਉਹਨਾਂ ਦੇ ਪ੍ਰਤੀ ਵੀ ਜਿਹੜੇ ਪਰਚੇ ਨੇ, ਜੋ ਗੱਲਾਂ ਨੇ, ਉਹ ਸਾਰੀਆਂ ਪਿੱਛੇ ਰੱਖਣੀਆਂ ਚਾਹੀਦੀਆਂ ਨੇ। ਮੈਂ ਇਹਦੇ 'ਚ ਇੱਕ ਹੋਰ ਗੱਲ ਐਡ ਕਰ ਦਿੰਦਾ, ਸਿਰਫ ਯੂਪੀ ਨਹੀਂ, ਬਿਹਾਰ ਦੇ ਵਿੱਚ ਵੀ ਬਹੁਤ ਸਾਰੇ ਸਿੱਖ ਰਹਿੰਦੇ ਨੇ। ਸਿੱਕਮ ਦੇ ਵਿੱਚ ਜਿਸ ਤਰੀਕੇ ਨਾਲ ਪਿਛਲੇ ਦਿਨੀ ਹੋਇਆ, ਜੋ ਸਿੱਖ ਨੇ, ਪੰਜਾਬੀ ਨੇ ਹੈਗੇ ਜਿਹੜੇ, ਉਹਨਾਂ ਨਾਲ ਹੋਇਆ, ਤਾਂ ਸਾਰੇ ਦੇਸ਼ ਦੇ ਵਿੱਚ ਹੀ ਸਿੱਖ ਤਾਂ ਅਲੱਗ-ਅਲੱਗ ਜਗ੍ਹਾ ਤੇ, ਗੁਜਰਾਤ 'ਚ ਬਹੁਤ ਕੁਛ ਹੋ ਰਿਹਾ, ਗੁਜਰਾਤ ਹੈ ਨਾ, ਉਹਨਾਂ ਲਈ ਵੀ ਤਾਂ ਪੂਰੇ ਦੇਸ਼ ਦੇ ਵਿੱਚ ਜਿੱਥੇ ਪੰਜਾਬੀ ਬੈਠੇ ਨੇ, ਸਿੱਖ ਬੈਠੇ। ਬਿਲਕੁਲ ਤੁਸੀਂ ਸਹੀ ਕਿਹਾ, ਪਰ ਗੱਲ ਪਤਾ ਕੀ ਹੈ, ਗੱਲ ਆਉਂਦੀ ਹੈ ਕਿ ਬੀਜੇਪੀ ਗਵਰਨਮੈਂਟ ਰਿਪੀਟ ਹੋਊਗੀ ਯੂਪੀ ਦੇ ਵਿੱਚ, ਜੇ ਹੁੰਦੀ ਹੈ ਬਾਈ ਚਾਂਸ, ਅਜੇ ਮੈਨੂੰ ਪਤਾ ਨਹੀਂ, ਅਖਿਲੇਸ਼ ਜੀ ਵੀ ਆ ਸਕਦੇ ਆ, ਦੈਟਸ ਅ ਬੈਟਰ ਥਿੰਗ। ਪਰ ਜੇ ਰਿਪੀਟ ਹੁੰਦੀ ਹੈ, ਉਹਦੇ ਨਾਲ
ਤੁਹਾਨੂੰ ਪਤਾ ਹੈ ਵੀ ਇੱਕ ਆਪਸ ਦੁਸ਼ਮਣੀਆਂ ਜਿਹੜੀਆਂ ਲੋਕੀ ਕੱਢਦੇ ਨੇ, ਉਹਨਾਂ ਤੋਂ ਥੋੜਾ ਜਿਹਾ ਸਾਨੂੰ ਲੱਗਦਾ ਵੀ ਸਾਡੇ ਪੰਜਾਬੀ ਉੱਥੇ ਭਰਾ ਜਿਹੜੇ ਉੱਠੇ ਸੀਗੇ, ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨਾਲ ਵਰਤਾਵ ਵੀ ਕੱਲ ਕੀਤਾ ਗਿਆ। ਔਰ ਕੱਲ ਜਿਵੇਂ ਕੱਲ ਦੀ ਸਟੇਟਮੈਂਟ ਹੀ ਸੀਗੀ, ਮੈਂ ਕਨਕਲੇਵ ਦੇ ਵਿੱਚ ਮੈਨੂੰ ਬੀਜੇਪੀ ਲੀਡਰ ਨੇ ਕਿਹਾ ਵੀ ਜੇ ਕਾਂਗਰਸ ਦੀ ਸਰਕਾਰ ਹੁੰਦੀ ਤੇ ਤੁਹਾਨੂੰ 2-3 ਮਹੀਨਿਆਂ ਦੇ ਵਿੱਚ ਹੀ ਗੋਲੀਆਂ ਮਾਰ ਕੇ ਡਾ ਦੇਣਾ ਸੀਗਾ। ਮੈਂ ਕਿਹਾ ਠੀਕ ਆ, ਮੈਂ ਕਿਹਾ ਮਾਰ ਲਓ ਗੋਲੀਆਂ, ਮੈਂ ਕਿਹਾ ਅੱਗੇ ਕਿਹੜੀ ਤੁਸੀਂ ਕਸਰ ਛੱਡੀ ਹੈ? ਅੱਗੇ ਵੀ ਤੇ ਤੁਹਾਡੀ ਸਰਕਾਰ ਨੇ ਗੱਡੀਆਂ ਚੜਾਈਆਂ ਹੀ ਹੈ ਨਾ, ਅੱਗੇ ਵੀ ਤੇ ਤੁਸੀਂ ਦੰਗੇ ਫਸਾਦ ਕਰੋ, ਤੁਸੀਂ ਤੇ ਮਸ਼ਹੂਰ ਹੀ ਇਸੇ ਕਰਕੇ ਹੋ, ਧਰਮ ਦੇ ਨਾਂ ਦੇ ਉੱਤੇ ਦੰਗੇ ਫਸਾਦ ਕਰਾਉਣਾ। ਮੈਂ ਕਿਹਾ ਜਿਹੜੀ ਗੋਲੀ ਮਾਰਨੀ ਹੈ ਤੁਸੀਂ ਇਨਡਾਇਰੈਕਟਲੀ ਧਮਕੀ ਜੋ ਦੇ ਰਹੇ ਹੋ, ਸਿੱਧੀ ਬੈਠੀਆਂ ਤੁਹਾਡੇ ਸਾਹਮਣੇ ਮਾਰ ਲਓ। ਤੁਸੀਂ ਇਹ ਦੇਖੋ ਵੀ ਇਹਨਾਂ ਦੇ ਵਿੱਚ ਗਟਸ ਕਿੰਨੇ ਹੈ, ਵੀ ਗੱਲਾਂ ਇਨਡਾਇਰੈਕਟਲੀ ਘੁਮਾ ਕੇ ਕਿੰਨੀਆਂ ਗੱਲਾਂ ਕਰਦੇ ਨੇ। ਚਲੋ ਸ਼ੁਕਰ ਹੈ ਅੱਜ ਸਾਡਾ ਬਿੱਲ ਮਾਫ ਹੋ ਗਏ ਨੇ, ਬਟ ਧਮਕੀਆਂ ਦੇਖ ਲਓ ਤੁਸੀਂ, ਹਾਲੇ ਵੀ ਥ੍ਰੈਟ ਕਰ ਰਹੇ। ਇੱਕ ਬੜਾ ਦਿਲਚਸਪ ਸਵਾਲ ਹੈ, ਹੁਣ ਇਹ ਸਵਾਲ ਦੇ ਉੱਤੇ ਲਗਾਤਾਰ ਸੋਸ਼ਲ ਮੀਡੀਆ ਤੇ ਇੱਕ ਲੰਬਾ ਚੌੜਾ ਟ੍ਰਾਇਲ ਚੱਲਿਆ ਰਾਜਨੀਤੀ। ਹੁਣ ਇਹ ਲਗਾਤਾਰ ਗੱਲ ਕਹੀ ਜਾ ਰਹੀ ਸੀ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਾਅਦ ਸੋਚਾਂਗੇ ਕੁਝ। ਤਾਂ ਹੁਣ ਸਭ ਤੋਂ ਵੱਡਾ ਸਵਾਲ ਹੈਗਾ, ਰਾਜਨੀਤਿਕ ਪਾਰਟੀਆਂ ਜੁਆਇਨ ਕਰਨਗੀਆਂ, ਜਥੇਬੰਦੀਆਂ ਕਰ ਸਕਦੀਆਂ? ਤੁਹਾਡਾ ਕੀ ਫੈਸਲਾ ਰਹੇਗਾ? ਤੁਸੀਂ ਕੋਈ ਰਾਜਨੀਤਿਕ ਪਾਰਟੀ 'ਚ, ਹੁਣ ਇਹ ਮਸਲੇ ਦਾ ਤਾਂ ਹੱਲ ਹੋ ਗਿਆ ਲਗਭਗ, ਪਾਰਲੀਮੈਂਟ ਦੇ ਵਿੱਚ ਮਤਾ ਲਿਆ ਕੇ ਪਾਸ ਹੋ ਜਾਣਾ, ਤੁਹਾਡਾ ਕੀ ਫੈਸਲਾ? ਪਹਿਲੀ ਗੱਲ, ਮੈਂ ਜਦੋਂ ਇਸ ਅੰਦੋਲਨ 'ਚ ਆਈ ਹਾਂ, ਮੈਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਰਾਜਨੀਤੀ ਕਰਨੀ ਹੈ ਜਾਂ ਮੈਂ ਰਾਜਨੀਤੀ ਪਾਰਟੀ ਦੇ ਵਿੱਚ ਜਾਣਾ ਹੈ। ਬਟ ਮੇਰੀ ਇਹ ਸਲਾਹ ਸਾਰਿਆਂ ਨੂੰ ਹੈ, ਭਾਵੇਂ ਉਹ ਪੰਜਾਬ 'ਚ ਹੈ, ਭਾਵੇਂ ਯੂਪੀ ਦੇ ਵਿੱਚ ਹੈ, ਜਿੰਨੇ ਚੰਗੇ ਲੋਕੀ ਆ ਉਹ ਪਾਰਟੀ 'ਚ ਆਉਣੇ ਚਾਹੀਦੇ, ਮਤਲਬ ਉਹਨਾਂ ਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ। ਕਿਉਂ ਲੜਨੀ ਚਾਹੀਦੀ ਹੈ? ਕਿਉਂਕਿ ਰਾਜਨੀਤਿਕ ਪਾਰਟੀਆਂ ਹੀ ਇਹ ਬਿੱਲ ਬਣਾਉਂਦੀਆਂ ਨੇ, ਅਸੈਂਬਲੀ ਦੇ ਵਿੱਚ ਜਾਂ ਫਿਰ ਪਾਰਲੀਮੈਂਟ ਦੇ ਵਿੱਚ ਪਾਸ ਹੁੰਦੇ ਨੇ, ਕਿਤੇ ਨਾ ਕਿਤੇ ਡਿਸਕਸ਼ਨ ਹੁੰਦੀ ਹੈ। ਜੇ ਆਪਣੇ ਬੰਦੇ ਅਸੈਂਬਲੀ 'ਚ ਹੋਣਗੇ, ਪਾਰਲੀਮੈਂਟ 'ਚ ਹੋਣਗੇ, ਕਿਸਾਨ ਦਾ ਫੈਸਲਾ ਕਿਸਾਨ ਕਰੇਗਾ, ਕਿਸਾਨ ਦਾ ਫੈਸਲਾ ਕਿਸਾਨ ਕਰੇਗਾ। ਮੈਨੂੰ ਲੱਗਦਾ ਵੀ ਆਪਾਂ ਨੂੰ ਹੋਣਾ ਚਾਹੀਦਾ, ਅਸੈਂਬਲੀ ਦੇ ਵਿੱਚ ਵੀ ਹੋਣਾ ਚਾਹੀਦਾ, ਪਾਰਲੀਮੈਂਟ 'ਚ ਵੀ ਬਹੁਮਤ ਹੋਣੀ ਚਾਹੀਦੀ ਹੈ ਕਿਸਾਨਾਂ ਦੀ। ਹੁਣ ਹੋਊਗੀ? ਵੇਖੋ ਮੈਨੂੰ ਨਹੀਂ ਪਤਾ, ਇਹ ਲੋਕਾਂ ਨੂੰ ਪਤਾ ਹੈ। ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦੀ ਹਾਂ ਜੋ ਮੇਰੇ ਦਿਲੋਂ ਆਉਂਦੀ ਹੈ ਗੱਲ। ਅਸੀਂ ਇਹ ਰਾਜਨੀਤਿਕ ਪਾਰਟੀਆਂ ਨੂੰ ਜਿਤਾ ਕੇ ਭੇਜਿਆ, ਇਹਨਾਂ ਦੇ ਫੈਸਲੇ ਤੇ ਆਪਾਂ ਅੱਜ ਰੁਕੇ ਬੈਠੇ ਸੀਗੇ ਬਾਰਡਰਾਂ ਦੇ ਉੱਤੇ ਕਿ ਕਦੋਂ ਪਾਸ ਕਰਨਗੇ। ਅੱਜ ਵੀ ਆਪਾਂ ਕਿਹਦੀ ਵੇਟ ਕਰ ਰਹੇ ਹਾਂ? 29 ਤਰੀਕ ਨੂੰ ਪਾਰਲੀਮੈਂਟ ਲੱਗਣੀ ਆ, ਉਹਦੇ ਵਿੱਚ ਜਾ ਕੇ ਰੱਦ ਹੋਣਗੇ। ਜਿਹੜੀ ਗੱਲ ਜਿੱਥੋਂ ਸ਼ੁਰੂ ਹੁੰਦੀ ਆ ਉੱਥੇ ਹੀ ਰੱਦ ਹੁੰਦੀ ਆ। ਮੇਰੇ ਕਹਿਣ ਦਾ ਮਤਲਬ ਇਹੀ ਹੈ ਵੀ ਆਪਾਂ ਨੂੰ ਬਹੁਮਤ ਕਰਨੀ ਚਾਹੀਦੀ, ਵੀ ਆਪਣੇ ਜਿੰਨੇ ਤੋਂ ਜਿੰਨੇ ਕਿਸਾਨ ਭਰਾ ਪਾਰਲੀਮੈਂਟ 'ਚ ਹੋਣ, ਜਿੰਨੇ ਤੋਂ ਜਿੰਨੇ ਸਾਡੇ ਅਸੈਂਬਲੀ ਦੇ ਵਿੱਚ ਹੋਣ, ਤਾਂ ਕਿ ਸਾਡੇ ਖਿਲਾਫ ਕੋਈ ਵੀ ਗੱਲ ਹੋਵੇ, ਸਾਡੀ ਪਹਿਲੋਂ ਹੀ ਅਪੀਲ ਹੋਵੇ ਉਹਨਾਂ ਦੇ ਵਿੱਚ ਵੀ ਸਾਡੇ ਖਿਲਾਫ ਨਾ ਕਰ ਸਕੇ। ਜੇ ਅੱਜ ਆਪਾਂ ਨਹੀਂ ਜਾਂਦੇ ਨਾ, ਤੇ ਫਿਰ ਤੋਂ ਇਹ ਲੋਕੀ ਆਉਣਗੇ, ਫਿਰ ਸਾਡਾ ਇੱਕ ਹੋਰ ਨਵਾਂ ਵੱਡਾ ਮੋਰਚਾ ਲਾਉਣਾ ਪਊਗਾ ਇਹਨਾਂ ਦੇ ਖਿਲਾਫ, ਸਾਡੀਆਂ ਮੰਗਾਂ ਦੇ ਪ੍ਰਤੀ। ਕਿਉਂਕਿ ਹਜੇ ਸਾਡੀ ਸਵਾਮੀਨਾਥਨ ਰਿਪੋਰਟ ਪਈ ਹੈ, ਜਿਹੜੀ ਅਸੀਂ ਕਹਿੰਦੇ ਹਾਂ ਕਿਸਾਨਾਂ ਵਾਸਤੇ ਲਾਗੂ ਹੋਣੀ ਚਾਹੀਦੀ ਹੈ। ਬਹੁਤ ਸਾਰੀਆਂ ਹੋਰ ਮੰਗਾਂ ਨੇ ਸਾਡੀਆਂ ਪੰਜਾਬ ਦੇ ਪ੍ਰਤੀ, ਉਹ ਜਿਹੜੀਆਂ ਚੀਜ਼ਾਂ ਨੇ MSP ਨੂੰ ਲੈ ਕੇ, ਕਰਜ਼ੇ ਨੂੰ ਲੈ ਕੇ MSP, ਜਿਹੜੀ ਮੈਂ ਕੱਲ ਵੀ ਕਨਕਲੇਵ ਦੇ ਵਿੱਚ ਗੱਲ ਕਹੀ ਹੈ ਕਿ ਪੰਜਾਬ ਦਾ ਪਾਣੀ ਦੇ ਅਕੋਰਡਿੰਗਲੀ ਜਿਹੜਾ ਥੱਲੇ ਜਾ ਰਿਹਾ, ਸਾਰਿਆਂ ਨੇ ਐਕਸੈਪਟੈਂਸ ਕੀਤੀ ਹੈ ਕਿ ਪੰਜਾਬ ਦਾ ਪਾਣੀ ਆਉਣ ਵਾਲੇ 10 ਸਾਲਾਂ ਦੇ ਵਿੱਚ, 15 ਸਾਲਾਂ ਦੇ ਵਿੱਚ ਰੇਗਿਸਤਾਨ ਬਣ ਜਾਊਗਾ ਪੰਜਾਬ, ਜਿਸ ਹਿਸਾਬ ਦੇ ਨਾਲ ਪਾਣੀ ਦਾ ਲੈਵਲ ਥੱਲੇ ਜਾ ਰਿਹਾ। ਮਾਡਲ ਲੈ ਕੇ ਆਉਣਾ ਚਾਹੀਦਾ। ਦੇਖੋ ਮੈਨੂੰ ਇਹ ਲੱਗਦਾ ਹੈ ਵੀ ਪੈਡੀ ਅਗਰ ਕੰਟੀਨਿਊਸਲੀ ਅਸੀਂ ਸਾਈਕਲ ਕਰਦੇ ਰਹੇ ਤੇ ਪਾਣੀ ਹੋਰ ਥੱਲੇ ਜਾਊਗਾ, ਕਿਉਂਕਿ ਪੈਡੀ ਸਭ ਤੋਂ ਜ਼ਿਆਦਾ ਪਾਣੀ ਕੰਜ਼ਿਊਮ ਕਰਦੀ ਆ। ਸੋ ਆਪਾਂ ਨੂੰ ਲੱਗਦਾ ਵੀ ਸਾਨੂੰ ਐਗਰੀਕਲਚਰ ਸੈਮੀਨਾਰਸ ਲਾਉਣੇ ਚਾਹੀਦੇ ਆ, ਜਿਸ 'ਚ ਦੱਸਣਾ ਚਾਹੀਦਾ ਕਿ ਦਾਲਾਂ ਦੀ ਖੇਤੀ ਵੀ ਅਸੀਂ ਜ਼ਿਆਦਾ ਕਰੀਏ, ਦਾਲਾਂ ਦੀ ਖੇਤੀ ਦੇ ਉੱਤੇ ਵੀ MSP ਦੇਣੀ ਚਾਹੀਦੀ ਹੈ, ਮੱਕਾ ਦੀ ਖੇਤੀ ਦੇ ਉੱਤੇ ਵੀ MSP ਦੇਣੀ ਚਾਹੀਦੀ ਹੈ। ਮੱਕਾ ਦੀ ਖੇਤੀ ਦੇ ਉੱਤੇ MSP ਪਹਿਲਾਂ ਮਿਲਦੀ ਸੀਗੀ, ਬਾਅਦ ਦੇ ਵਿੱਚ ਇਹਨਾਂ ਨੇ ਖਤਮ ਕਰ ਦਿੱਤਾ। ਠੀਕ ਆ, ਜੋ ਵੀ 700 ਰੁਪਏ ਕੁਇੰਟਲ ਵਿਕਦੀ ਪਈ, ਬਹੁਤ ਨੁਕਸਾਨ ਦਿੱਤਾ ਇਹਨਾਂ ਨੇ ਕਿਸਾਨਾਂ ਨੂੰ। ਮੱਕਾ ਦੇ ਉੱਤੇ MSP ਦੇਣੀ ਚਾਹੀਦੀ ਹੈ, ਦਾਲਾਂ ਦੇ ਉੱਤੇ ਦੇਣੀ ਚਾਹੀਦੀ ਹੈ, ਕਾਟਨ ਬੈਲਟਸ ਦੇ ਉੱਤੇ, ਕਪਾਹ ਦੇ ਉੱਤੇ। ਵੇਖੋ ਜਵਾਰ ਦਾ ਆਟਾ ਜਿਹੜਾ ਹੁੰਦਾ ਹੈ, ਇਹਦਾ ਜਵਾਰ ਦਾ ਆਟਾ ਅਸੀਂ ਬੰਬੇ ਵਰਗੇ ਸ਼ਹਿਰਾਂ ਦੇ ਵਿੱਚ ਜਾ ਕੇ ਕਹਿੰਦੇ ਆ, ਉੱਥੇ ਪੈਕੇਟ ਆ, ਇੱਕ ਛੋਟਾ ਜਿਹਾ ਡਾਈਟ ਪਲਾਨ ਫੋਲੋ ਕਰਦੇ ਆ, 300 ਰੁਪਏ 400 ਰੁਪਏ ਦਾ, 350 ਰੁਪਏ ਦਾ ਪੈਕੇਟ ਇੱਕ ਮਿਲਦਾ। ਆਪਾਂ ਨੂੰ ਜੇ ਆਪਾਂ ਜਵਾਰ ਦਾ ਬਾਜਰਾ ਲਾਉਣਾ ਸ਼ੁਰੂ ਕਰੀਏ, ਇਹਨਾਂ ਤੇ ਇੱਕ ਸਰਟਨ ਅਮਾਊਂਟ ਆਫ MSP ਹੋਵੇ, ਤੇ ਕਿਸਾਨ ਕਿਉਂ ਨਹੀਂ ਲਾਉਣਗੇ? ਕਿਸਾਨ ਉਹ ਵੀ ਲਾਉਣਗੇ। ਆਪਾਂ ਨੂੰ ਰੋਟੇਸ਼ਨ ਕਰਨ ਦੀ ਬਹੁਤ ਲੋੜ ਹੈ। ਆਪਾਂ ਨੂੰ ਪੰਜਾਬ ਦੇ ਵਿੱਚ ਐਗਰੀਕਲਚਰ ਸੈਮੀਨਾਰਸ ਲਾਉਣ ਦੀ ਬਹੁਤ ਲੋੜ ਹੈ, ਫਾਰਮਰਸ ਦੇ ਨਾਲ ਬਹਿ ਕੇ, ਤਾਂ ਕਿ ਆਪਾਂ ਪੰਜਾਬ ਦੇ ਪਾਣੀ ਨੂੰ ਬਚਾ ਸਕੀਏ, ਪੰਜਾਬ ਦੀ ਖੇਤੀ ਨੂੰ ਬਚਾ ਸਕੀਏ। ਜੇ ਪਾਣੀ ਰਹੂਗਾ ਤੇ ਖੇਤੀ ਰਹੂਗੀ। ਗੱਲ ਤਾਂ ਫਿਰ ਉੱਥੇ ਆ ਜਾਂਦੀ ਹੈ ਨਾ ਕਿ ਕਿਸਾਨ ਜਦੋਂ ਸਿਆਸਤ ਦੇ ਵਿੱਚ ਹੈ ਹੀ ਨਹੀਂ ਹੈ, ਤਾਂ ਫਿਰ ਇਹ ਚੀਜ਼ਾਂ ਸੰਭਵ ਕਿਉਂ? ਕਿਸਾਨ ਦੀਆਂ ਦਿੱਕਤਾਂ ਕੀ ਆ, ਉਹ ਕਿਸਾਨ ਹੀ ਸਮਝ ਸਕਦਾ। ਇੱਕ ਹੋਰ ਇਹਦੇ ਚੀਜ਼ 'ਚ ਐਡ ਕਰ ਲਓ ਕਿ ਸਟੀਰੀਓਟਾਈਪ ਬਣਿਆ ਹੋਇਆ, ਲਗਾਤਾਰ ਇਹ ਗੱਲ ਕਹੀ ਜਾਂਦੀ ਕਿ ਕਿਸਾਨ ਰਾਜਨੀਤੀ ਦੇ ਵਿੱਚ ਆਉਣਾ ਚਾਹੁੰਦੇ ਨੇ, ਤੇ ਕਿਸਾਨ ਰਾਜਨੀਤੀ 'ਚ ਆ ਜਾਣਗੇ ਤਾਂ ਕੋਈ ਗੁਨਾਹ ਹੋ ਜੂ, ਕ੍ਰਿਮੀਨਲ ਹੈ। ਲਾਲ ਬਹਾਦਰ ਸ਼ਾਸਤਰੀ ਵੀ ਤਾਂ ਸਿਆਸਤ ਦੇ
ਵਿੱਚ ਹੀ ਸੀਗੇ, ਉਹਨਾਂ ਨੇ ਵੀ ਤਾਂ ਇੱਕ ਚੰਗੀ ਸਿਆਸਤ ਜਿਹੜੀ ਸਾਹਮਣੇ ਰੱਖੀ ਸੀਗੀ, ਜਾਂ ਹੋਰ ਬਹੁਤ ਸਾਰੇ ਲੀਡਰ, ਅਟਲ ਬਿਹਾਰੀ ਵਾਜਪਾਈ ਦੀ ਵੀ ਸਿਆਸਤ ਨੂੰ ਇੱਕ ਚੰਗੀ ਸਿਆਸਤ 'ਚ ਗਿਣਿਆ ਜਾਂਦਾ। ਵੇਖੋ ਮੇਰੀ ਗੱਲ ਸੁਣੋ, ਇਹ ਬਹੁਤ ਸਾਰੇ ਨਾ ਤੁਹਾਨੂੰ ਦੱਸਦੇ ਰਹੀ ਹਾਂ ਸੋਸ਼ਲ ਮੀਡੀਆ ਦੇ ਆਈਟੀ ਸੈੱਲਸ ਨੇ ਜੋ ਇਹ ਬਕਵਾਸ ਕਰਦੇ ਨੇ। ਅੱਜ ਕੱਲ੍ਹ ਹਰ ਇੱਕ ਪੋਲੀਟੀਕਲ ਪਾਰਟੀ ਨੇ ਇੱਕ ਆਪਣਾ ਆਈਟੀ ਸੈੱਲ ਬਣਾਇਆ ਹੋਇਆ ਗਾਲਾਂ ਕੱਢਣ ਵਾਲਾ। ਉਹਨਾਂ ਨੇ ਕਮੈਂਟ ਪਹਿਲਾਂ ਹੀ ਲਿਖ ਕੇ ਰੱਖੇ ਹੁੰਦੇ ਆ, ਜਦੋਂ ਆਉਂਦਾ ਉਦੋਂ ਥੜ ਨੈਗੇਟਿਵ ਕਮੈਂਟ ਪਾਉਣੇ ਸ਼ੁਰੂ ਕਰ ਦਿੰਦੇ ਨੇ। ਸੈਂਸੀਬਲ ਗੱਲ ਕਰਦੇ ਨਹੀਂ, ਵਿਅਕਤੀਗਤ ਰੂਪ ਦੇ ਉੱਤੇ ਜੇ ਕੋਈ ਗੱਲ ਕਰੇ ਤੇ ਸੈਂਸੀਬਿਲਿਟੀ ਦੇ ਨਾਲ ਗੱਲ ਦੇ ਆਧਾਰ ਤੇ ਵੀ ਨਹੀਂ ਹੁੰਦੀ, ਤਰਕ ਦੇ ਆਧਾਰ ਦੇ ਉੱਤੇ ਵੀ ਨਹੀਂ ਹੁੰਦੀ। ਗਾਲਾਂ ਇੰਨਾ ਕੁਛ ਬਹੁਤ ਬਕਵਾਸ ਕਰਦੇ ਨੇ, ਬਟ ਆਪਾਂ ਇਹ ਗੱਲਾਂ ਨੂੰ ਮੰਨ ਕੇ ਚੱਲੀਏ ਵੀ ਇਹ ਸਾਰੀਆਂ ਫੇਕ ਗੱਲਾਂ ਨੇ। ਆਪਾਂ ਨੂੰ ਇੱਕ ਤਰਕ ਦੇ ਆਧਾਰ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ। ਮੇਰਾ ਇਹ ਮੰਨਣਾ ਆ ਵੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਸਾਡੇ ਜਿੰਨੇ ਵੀ ਕਿਸਾਨ ਭਰਾ ਆ ਉਹਨਾਂ ਨੂੰ ਹੋਣਾ ਚਾਹੀਦਾ ਆ, ਤਾਂ ਕਿ ਕਿਸਾਨੀ ਦੇ ਉੱਤੇ ਵੀ ਉਹ ਫੈਸਲੇ ਜਿਹੜੇ ਅਸੈਂਬਲੀ ਦੇ ਵਿੱਚ ਹੋਣ ਉਹ ਚੰਗੇ ਤਰੀਕੇ ਦੇ ਨਾਲ ਹੋਣ। ਸਾਰੇ ਕਿਸਾਨਾਂ ਦੀ ਗੱਲ ਕਰਦੇ ਜੋ ਜਥੇਬੰਦੀਆਂ, ਸਾਰੇ ਕਿਸਾਨ ਹੋਣੇ ਚਾਹੀਦੇ ਜਥੇਬੰਦੀਆਂ ਦੇ। ਨਹੀਂ, ਮੇਰੇ ਕਹਿਣ ਦਾ ਮਤਲਬ ਹੈ ਕਿ ਵੇਖੋ ਕੋਈ ਬੰਦਾ ਜਥੇਬੰਦੀ ਦਾ ਲੀਡਰ ਹੈ, ਉਹਨਾਂ ਨੂੰ ਨਹੀਂ ਹੋਣਾ ਚਾਹੀਦਾ, ਕਿਉਂਕਿ ਜਥੇਬੰਦੀਆਂ ਨਾਨ ਪੋਲੀਟੀਕਲ ਹੀ ਰਹਿਣੀਆਂ ਚਾਹੀਦੀਆਂ ਨੇ, ਤਾਂ ਕਿ ਜੇ ਗਵਰਨਮੈਂਟ ਦੇ ਵਿੱਚ ਕੁਛ ਨਾ ਕੁਛ ਗਲਤ ਹੋਵੇ तो एटलीस्ट नॉन पोलीटिकल ऑर्गेनाइजेशनस होनियां चाहिए ने जिहड़ा मुद्दा चक सकन। अज नॉन पोलीटिकल ऑर्गेनाइजेशन सीगियां जिन्हां ने मुद्दा चक्या सीगा, गवर्नमेंट वालियां ने ते ओह लिआंदे सीगे, गवर्नमेंट वाले किवें अपील कर मतलब सपोर्ट कर देणगे। मेरे कहण दा मतलब ये है भी पॉलिटिक्स दे विच लोकी होने चाहिए ने ਜਿਹੜੇ ਕਿ ਫਾਰਮਰਸ ਨੂੰ ਸਪੋਰਟ ਕਰਨ। ਫਾਰਮਰਸ ਦੇ ਇਹ ਜਥੇਬੰਦੀਆਂ ਜਿਹੜੀਆਂ ਮੇਨ ਜਥੇਬੰਦੀਆਂ ਨੇ, ਜਿਵੇਂ ਰਾਜੇਵਾਲ ਸਾਹਿਬ ਆ, ਜਿਵੇਂ ਹੋਰ ਲੀਡਰਸ ਨੇ, ਉਹਨਾਂ ਨੂੰ ਇਲੈਕਸ਼ਨ 'ਚ ਨਹੀਂ ਆਉਣਾ ਚਾਹੀਦਾ। ਉਹਨਾਂ ਨੂੰ ਇੱਕ ਜਥੇਬੰਦੀ ਦੇ ਨਾਲ ਹੀ ਰਹਿਣਾ ਚਾਹੀਦਾ ਹੈ, ਕਿਉਂਕਿ ਉਹ ਇੱਕ ਫਾਰਮਰਸ ਨੂੰ ਲੀਡ ਕਰ ਰਹੇ ਨੇ। ਉਹ ਫਾਰਮਰਸ ਜਥੇਬੰਦੀਆਂ ਨੂੰ ਲੀਡ, ਨਾਨ ਪੋਲੀਟੀਕਲ ਆਰਗੇਨਾਈਜੇਸ਼ਨਸ ਨੇ ਜਿਹੜੇ ਹਮੇਸ਼ਾ ਫਾਰਮਰਸ ਨੂੰ ਜੇ ਕਿਸੇ ਪੋਲੀਟੀਕਲ ਆਰਗੇਨਾਈਜੇਸ਼ਨ ਤੋਂ ਪ੍ਰੋਬਲਮ ਹੁੰਦੀ ਆ ਉੱਥੇ ਜਾ ਕੇ ਖੜੇ ਹੁੰਦੇ ਨੇ। ਠੀਕ ਹੈ, ਉਹਨਾਂ ਨੂੰ ਨਹੀਂ ਆਉਣਾ ਚਾਹੀਦਾ, ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਰਹਿਣਾ ਚਾਹੀਦਾ। ਸੋਨੀਆ, ਇੱਕ ਹੋਰ ਸਵਾਲ ਹੈਗਾ, ਤਿੰਨ ਤਬਕੇ ਬਹੁਤ ਘੱਟ ਪਾਰਲੀਮੈਂਟ ਦੇ ਵਿੱਚ ਵੀ ਦਿਖਦੇ ਨੇ ਤੇ ਅਸੈਂਬਲੀ ਦੇ ਵਿੱਚ ਵੀ ਦਿਖਦੇ ਨੇ, ਮਹਿਲਾਵਾਂ, ਨੌਜਵਾਨ ਤੇ ਕਿਸਾਨ। ਮਹਿਲਾਵਾਂ ਵੀ ਨਹੀਂ, ਤੁਹਾਨੂੰ ਪਤਾ ਬਹੁਤ ਘੱਟ ਹੈਗੀਆਂ। ਅਗਰ ਕਾਂਗਰਸ ਦੇ ਵਿੱਚ 2 ਮਹਿਲਾਵਾਂ ਜਿਹੜੀਆਂ ਐਮਐਲਏ ਹੈਗੀਆਂ 80 ਐਮਐਲਏਆਂ ਦੇ ਵਿੱਚੋਂ। ਮੈਨੂੰ ਲੱਗਦਾ ਕਿ ਕਾਂਗਰਸ ਵਾਲਿਆਂ ਨੂੰ ਵੀ ਇੱਕ ਵਿਮਨ ਫੇਸ ਲੈ ਕੇ ਆਉਣ ਦੀ ਲੋੜ ਹੈ ਪੰਜਾਬ ਦੇ ਵਿੱਚ, ਵਿਮਨ ਫੇਸ, ਔਰ ਹਰ ਇੱਕ ਪਾਰਟੀ ਨੂੰ, ਅਕਾਲੀ ਦਲ ਨੂੰ ਵੀ। ਤੁਹਾਨੂੰ ਅਪਰੋਚ ਕਰਦੇ ਤੁਸੀਂ ਜਾਓ? ਵੇਖੋ ਮੇਰੀ ਗੱਲ ਸੁਣੋ, ਮੈਂ ਆਪਣੇ ਲੋਕਾਂ ਦੇ ਨਾਲ ਆ, ਜੋ ਮੈਨੂੰ ਲੋਕੀ ਕਹਿਣਗੇ ਹੈ ਨਾ। ਇੱਕ ਕਾਂਗਰਸ ਨੂੰ ਵੀ ਲੈ ਕੇ ਆਉਣ ਦੀ ਲੋੜ ਹੈ, ਵਿਮਨ ਫੇਸ ਹੋਣਾ ਚਾਹੀਦਾ ਆ। ਇੱਕ ਇਹਨਾਂ ਨੂੰ ਵੀ, ਅਕਾਲੀ ਦਲ ਨੂੰ ਵੀ ਲੈ ਕੇ ਆਉਣ ਦੀ ਲੋੜ ਹੈ, ਆਪ ਨੂੰ ਵੀ ਲੈ ਕੇ ਆਉਣ ਦੀ ਲੋੜ ਹੈ। ਵਿਮਨ ਫੇਸਿਸ ਹੋਣੇ ਚਾਹੀਦੇ ਨੇ, ਔਰ ਜ਼ਿਆਦਾ ਤੋਂ ਜ਼ਿਆਦਾ ਯੂਥ ਹੋਣਾ ਚਾਹੀਦਾ ਆ ਪੋਲੀਟਿਕਸ ਦੇ ਵਿੱਚ। ਅੱਜ ਦਾ ਯੂਥ ਹੋਣਾ ਚਾਹੀਦਾ ਆ, ਆਪਣੇ ਸਾਡੀ ਉਮਰਾਂ ਦੇ ਯੂਥ, ਜਿਹੜੀ ਯੂਨੀਵਰਸਿਟੀ ਦੇ ਵਿੱਚ ਜਿਹੜੀ ਯੂਥ ਪੋਲੀਟਿਕਸ ਹੁੰਦੀ ਹੈ, ਜਿਹੜੀ ਇੱਕ ਆਪਣੇ ਦਮ ਦੇ ਉੱਤੇ ਬਣੇ ਹੋਏ ਬੱਚੇ ਹੁੰਦੇ ਨੇ, ਯੂਥ ਪੋਲੀਟਿਕਸ ਜੁਆਇਨ ਕਰਦੇ ਨੇ। ਮੈਨੂੰ ਲੱਗਦਾ ਵੀ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਚਾਂਸ ਦੇਣਾ ਚਾਹੀਦਾ ਆ, ਬਜਾਏ ਕਿ ਪਰਿਵਾਰਵਾਦ ਨੂੰ ਦੇਣਾ ਚਾਹੀਦਾ ਆ। ਜੀ ਇਹਨਾਂ ਦੇ ਪਿਤਾ ਜੀ ਐਮਐਲਏ ਸੀਗੇ ਤੇ ਉਹਨਾਂ ਦਾ ਬੇਟਾ ਬਣੂਗਾ, ਨਹੀਂ, ਇਸ ਤਰੀਕੇ ਦੀ ਗੱਲ ਨਹੀਂ ਹੋਣੀ ਚਾਹੀਦੀ। ਇੱਕ ਜਿਹੜੀ ਸਟੂਡੈਂਟ ਪੋਲੀਟਿਕਸ ਦੇ ਵਿੱਚੋਂ ਬੱਚੇ ਨਿਕਲ ਕੇ ਆਉਂਦੇ ਨੇ, ਉਹਨਾਂ ਨੂੰ ਹਮੇਸ਼ਾ ਮਤਲਬ ਇਨਕਰੇਜਮੈਂਟ ਦੇਣ ਵਾਸਤੇ, ਕਿਉਂਕਿ ਉਹ ਇੱਕ ਨਵੀਂ ਸੋਚ ਦੇ ਨਾਲ, ਨਵੇਂ ਵਿਚਾਰਾਂ ਦੇ ਨਾਲ, ਨਵੇਂ ਜੋਸ਼ ਦੇ ਨਾਲ ਆਉਂਦੇ ਨੇ। ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਆ, ਉਹਨਾਂ ਨੂੰ ਚਾਂਸ ਦੇਣਾ ਚਾਹੀਦਾ ਹੈ। ਸਟੂਡੈਂਟ ਪੋਲੀਟਿਕਸ ਦੇ ਬੱਚਿਆਂ ਨੂੰ ਟਿਕਟਾਂ ਦੇਣੀਆਂ ਚਾਹੀਦੀਆਂ ਨੇ, ਇੱਕ ਨਵੇਂ ਜੋਸ਼ ਦੇ ਨਾਲ ਕੰਮ ਕਰਨ, ਇੱਕ ਪਰਿਵਰਤਨ ਲੈ ਕੇ ਆਉਣ ਸੁਸਾਇਟੀ ਦੇ ਵਿੱਚ। ਦੁਬਾਰਾ ਮੈਂ ਚੰਨੀ ਸਾਹਿਬ ਨੂੰ ਵੀ ਇੱਕੋ ਗੱਲ ਕਹਿਣਾ ਚਾਹੁੰਦੀ ਹਾਂ, ਦੁਬਾਰਾ ਵੇਖੋ, ਤੁਸੀਂ ਕੈਪਟਨ ਸਾਹਿਬ ਚਲੇ ਗਏ ਤੁਹਾਡੀ ਪਾਰਟੀ ਦੇ ਵਿੱਚੋਂ, ਪਰ ਤੁਹਾਡੇ 117 ਸੀਟਾਂ ਦੇ ਉੱਤੇ ਐਮਐਲਏ ਤੇ ਉਹੀ ਹੈ ਨਾ। ਤੁਸੀਂ ਚਲੋ ਬਦਲ ਤੇ ਕੁਛ ਦੀਆਂ ਮਿਨਿਸਟਰੀਆਂ ਲੈ ਲਈਆਂ ਵੀ ਜਿਨ੍ਹਾਂ ਨੂੰ ਤੁਹਾਨੂੰ ਲੱਗਾ ਵੀ ਇਹ ਕਰਪਟ ਸੀਗੇ, ਇਹਨਾਂ ਨੇ ਦਵਾਈਆਂ ਖਾਧੀਆਂ ਲੋਕਡਾਊਨ ਦੇ ਵਿੱਚ, ਪਰ ਬਾਕੀ ਜਿਹੜੇ ਐਮਐਲਏ ਉਹ ਤੇ ਸੇਮ ਆ ਨਾ। ਤੁਸੀਂ ਚੰਨੀ ਸਾਹਿਬ, ਮੈਂ ਮੰਨਦੀ ਤੁਸੀਂ ਓਨੈਸਟਲੀ ਕੰਮ ਕਰ ਰਹੇ ਹੋ, ਪਰ ਮੈਨੂੰ ਇਹ ਦੱਸੋ ਜਿਹੜੇ ਬਾਕੀ ਰੇਤ ਮਾਫੀਆ ਕਰ ਰਹੇ ਨੇ, ਕਾਲਾ ਬਾਜ਼ਾਰੀ ਕਰ ਰਹੇ ਨੇ, ਜਿਹੜੇ ਸ਼ਰਾਬ ਦੇ ਠੇਕੇ ਕਰ ਰਹੇ ਨੇ, ਤੁਸੀਂ ਕਮ ਸੇ ਕਮ ਜੇ ਤੁਸੀਂ ਸਹੀ ਕਰਨਾ ਚਾਹੁੰਦੇ ਹੋ ਤੇ ਉਹਨਾਂ ਨੂੰ ਹਟਾਓ, ਯੂਥ ਲੈ ਕੇ ਆਓ ਅੱਗੇ। ਯੂਥ ਸੈਨੀ ਸਰਕਾਰ ਨੂੰ 10 ਚੋਂ ਕਿੰਨੇ ਨੰਬਰ ਦਿਓਗੇ ਤੁਸੀਂ ਹੁਣ ਤੱਕ ਦੇ ਕਰ? ਵੇਖੋ, ਮੈਂ ਤੁਹਾਨੂੰ ਅੱਗੇ ਵੀ ਇੱਕ ਇੰਟਰਵਿਊ 'ਚ ਕਿਹਾ ਸੀਗਾ, 5 ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਸਾਰੇ ਬੰਦੇ ਕਾਂਗਰਸ 'ਚ ਨਹੀਂ ਵਧੀਆ, ਸਾਰੇ ਬੰਦੇ ਅਕਾਲੀ ਦਲ 'ਚ ਨਹੀਂ ਵਧੀਆ, ਸਾਰੇ ਬੰਦੇ ਆਪ 'ਚ ਨਹੀਂ ਵਧੀਆ। ਹਰ ਇੱਕ ਬੰਦੇ ਦੇ ਜਿਹੜਾ ਹਲਕਾ ਆ, ਹਰ ਇੱਕ ਹਲਕੇ ਦੇ ਬੰਦਿਆਂ ਨੂੰ ਖੁਦ ਨੂੰ ਪਛਾਣਨ ਦੀ ਲੋੜ ਹੈ ਕਿ ਸਾਡੇ ਇੱਥੇ ਕਿੰਨੇ ਜ਼ਿਆਦਾ ਕੰਮ ਕੀਤਾ ਹੈ, ਅਕਾਲੀ ਦਲ ਨੇ ਕੀਤਾ ਹੈ ਕਿ ਕਾਂਗਰਸ ਨੇ ਕੀਤਾ ਹੈ। ਸਰਕਾਰ ਦਾ ਓਵਰਆਲ ਵਿਊ ਸਮਝਣਾ ਚਾਹ ਰਿਹਾ ਤੁਹਾਡੇ ਤੋਂ ਕਿ ਸਰਕਾਰ ਦੇ ਓਵਰਆਲ ਕੰਮ ਨੂੰ ਤੁਸੀਂ ਕਿੰਨੇ ਨੰਬਰ ਦਿਓਗੇ? 10 ਚੋਂ ਦੇਣੇ? ਮੈਂ ਸਰਕਾਰ ਦੇ ਓਵਰਆਲ ਵਿਊ ਨੂੰ ਮੈਂ ਬਿਲਕੁਲ ਖੁਸ਼ ਨਹੀਂ ਹਾਂ। ਪਿਛਲੇ 5 ਸਾਲ ਕੁਛ ਨਹੀਂ ਕੀਤਾ। ਕਿੰਨੇ ਕੰਮ ਨੰਬਰ ਕਿੰਨੇ ਦਿਓਗੇ? ਮੈਂ ਬਿਲਕੁਲ ਮਤਲਬ ਮੈਂ ਕੁਛ ਕੰਮ ਹੀ ਨਹੀਂ ਕੀਤਾ ਪਿਛਲੇ ਹੁਣ ਲੰਬੇ ਟਾਈਮ ਤੋਂ। ਤੁਸੀਂ ਇਹ ਸੋਚ ਲਓ ਵੀ ਸਰਕਾਰ ਨੇ ਵੀ
ਹੁਣ ਚੰਨੀ ਸਰਕਾਰ ਤੇ ਹੁਣ ਬਣੀ ਹੈ, ਇਹਨਾਂ ਨੇ ਤੇ ਸਿਰਫ ਕਰਜ਼ੇ ਮਾਫ ਕੀਤੇ ਨੇ, ਇਹ ਕੀਤੇ ਨੇ, ਉਹ ਕੀਤੇ ਨੇ। ਠੀਕ ਆ, ਮੈਂ ਜਿਹੜੀ ਗੱਲਾਂ ਕਰ ਰਹੀ ਹਾਂ ਕਿਸਾਨਾਂ ਦੀ, ਜਿਹੜੀ MSP ਦੀਆਂ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਵੀ ਸਾਨੂੰ ਦਾਲਾਂ ਦੇ ਉੱਤੇ, ਸਬਜ਼ੀਆਂ ਦੇ ਉੱਤੇ, ਇਹ ਸਾਰੀਆਂ ਚੀਜ਼ਾਂ ਦੇ ਉੱਤੇ, ਇਹ ਕਿਸੇ ਵੀ ਸਰਕਾਰ ਨੇ ਹਜੇ ਤੱਕ ਕੋਈ ਗੱਲ ਨਹੀਂ ਕੀਤੀ ਕਿਸਾਨੀ ਪੱਖ ਦੇ ਵਿੱਚ। ਕਰਜ਼ੇ ਮਾਫ ਅਕਾਲੀ ਦਲ ਤਾਂ ਕਹਿੰਦਾ ਕਿ ਕਿਸਾਨੀ ਲਈ ਕੰਮ ਹੀ ਅਸੀਂ ਕੀਤਾ। ਵੇਖੋ, ਅਕਾਲੀ ਦਲ ਵੱਡੇ ਬਾਦਲ ਸਾਹਿਬ ਨੇ ਕੀਤਾ ਹੈ, ਆਫ ਕੋਰਸ ਕੀਤਾ, ਜਿਨ੍ਹਾਂ ਨੇ ਕੀਤਾ ਆਪੇ ਭੁੱਲ ਨਹੀਂ ਸਕਦੇ ਵੀ ਜਿਨ੍ਹਾਂ ਨੇ ਕੀਤਾ। ਔਰ ਜੇ ਕਿਹਨੂੰ ਕਹਿੰਦੇ ਕਿਸਾਨੀ ਦੇ ਪੱਖ ਦੇ ਵਿੱਚ ਜੇ ਅਕਾਲੀ ਸਰਕਾਰ ਇਹੋ ਜਿਹੀ MSP ਦਿੰਦੀ ਹੈ ਸਬਜ਼ੀਆਂ ਦੇ ਉੱਤੇ, ਚੀਜ਼ਾਂ ਦੇ ਉੱਤੇ, ਜਿਹੜੀ ਕਿਸਾਨਾਂ ਨੂੰ ਪ੍ਰੋਫਿਟ ਦੇਵੇ, ਮਤਲਬ ਨੁਕਸਾਨ 'ਚ ਨਾ ਪਹੁੰਚਾਵੇ, ਫਿਰ ਅਸੀਂ ਮੰਨਦੇ ਹਾਂ ਵੀ ਉਹਨਾਂ ਨੇ ਚੰਗਾ ਕੀਤਾ। ਜੇ ਚੰਨੀ ਸਾਹਿਬ ਲੈ ਕੇ ਆਉਂਦੇ ਆ, ਵੇਖਦੇ ਹਾਂ ਕਿਹੜੀ ਸਰਕਾਰ ਲੈ ਕੇ ਆਉਂਦੀ ਹੈ, ਸਾਨੂੰ ਤੇ ਪਤਾ ਨਹੀਂ ਨਾ। ਬਟ ਮੇਰੀ ਅਪੀਲ ਇਹੀ ਹੈ ਵੀ ਸਾਰਿਆਂ ਨੂੰ ਵੀ ਐਤਕੀ ਯੂਥ ਦੇ ਚੰਗੇ ਚਿਹਰੇ ਲੈ ਕੇ ਆਓ, ਤਾਂ ਕਿ ਜਿਹੜੇ ਉਹ ਪਾਰਲੀਮੈਂਟ ਅਸੈਂਬਲੀ ਦੇ ਵਿੱਚ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਔਰ ਕਿਸਾਨਾਂ ਦੇ ਪੱਖ ਦੀ ਗੱਲ ਰੱਖਣ। ਚਲੋ ਦੁਬਾਰਾ ਫਿਰ ਆਪਾਂ ਦਿੱਲੀ ਦੀ ਸਰਹੱਦਾਂ ਤੇ ਚੱਲਦੇ ਹਾਂ। ਹੁਣ ਸੈਸ਼ਨ ਹੋਣ ਜਾ ਰਿਹਾ ਪਾਰਲੀਮੈਂਟ ਦਾ, ਘਿਰਾਵ ਕਰਨ ਦੀ ਗੱਲਬਾਤ ਕਹੀ ਜਾ ਰਹੀ ਸੀ, ਹੁਣ ਵੀ ਕਿਹਾ ਜਾ ਰਿਹਾ ਕਿ ਅਸੀਂ ਜੋ ਪਲਾਨ ਹੈ ਉਸੇ ਪਲਾਨ ਅਕੋਰਡਿੰਗ ਦਿੱਲੀ ਪਾਰਲੀਮੈਂਟ ਦੇ ਕੋਲ ਜਾਵਾਂਗੇ। ਅਸੀਂ ਜਦ ਦਿੱਲੀ ਜਿਹੜਾ ਮਾਰਚ ਕਰਨਾ ਸੀ ਉਹ ਕਰਾਂਗੇ, ਕਰਨਾ ਚਾਹੀਦਾ। ਵੇਖੋ, ਮੈਨੂੰ ਇਹ ਲੱਗਦਾ ਹੈ ਵੀ ਨਹੀਂ ਕਰਨਾ ਚਾਹੀਦਾ। ਮੈਨੂੰ ਇਹ ਲੱਗਦਾ ਵੀ ਜਦੋਂ ਬਿੱਲ ਰੱਦ ਹੋ ਗਿਆ, ਜਦੋਂ ਸ਼ਾਂਤੀਪੂਰਕ ਤਰੀਕੇ ਦੇ ਨਾਲ ਉਹਦੀ ਉਡੀਕ ਕਰਨੀ ਚਾਹੀਦੀ ਹੈ ਪਹਿਲੀ ਪਾਰਲੀਮੈਂਟ ਦੀ, ਉਦੋਂ ਸਾਰਾ ਕੁਝ ਹੋ ਜਾਊਗਾ, ਸਾਰੀਆਂ ਚੀਜ਼ਾਂ ਹੋ ਜਾਣਗੀਆਂ। ਜੇ ਉਦੋਂ ਨਹੀਂ ਹੁੰਦਾ ਫਿਰ ਉਸ ਤੋਂ ਬਾਅਦ ਕਰਨਾ ਚਾਹੀਦਾ ਹੈ, ਉਦੋਂ ਤੱਕ ਆਪਾਂ ਨੂੰ ਵੇਟ ਕਰਨੀ ਚਾਹੀਦੀ ਹੈ। ਬੰਦਿਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਅਸੀਂ ਇੱਥੇ ਹੀ ਬੈਠਾਂਗੇ, ਅਸੀਂ ਜਿੰਨਾ ਟਾਈਮ ਇਹ ਮਤਾ ਪਾਸ ਕਰਕੇ ਰੱਦ ਨਹੀਂ ਕੀਤੇ ਜਾਂਦੇ, ਯਾਨੀ ਕਿ ਸੰਵਿਧਾਨਿਕ ਤੌਰ 'ਤੇ, ਕਾਨੂੰਨੀ ਤੌਰ 'ਤੇ ਜੋ ਚਾਰਾਜੋਈ ਕਰਨੀ ਹੁੰਦੀ ਹੈ ਉਹ ਕਰਨ ਤੋਂ ਬਾਅਦ ਹੀ ਅਸੀਂ ਇੱਥੇ ਉੱਠਾਂਗੇ। ਉਹ ਬਿਲਕੁਲ ਸਹੀ ਕਹਿ ਰਹੇ ਨੇ, ਉਹਨਾਂ ਨੂੰ ਉੱਥੇ ਹੀ ਬੈਠਣਾ ਚਾਹੀਦਾ ਹੈ ਜਦੋਂ ਤੱਕ ਬਿੱਲ ਰੱਦ ਨਹੀਂ ਹੋ ਜਾਂਦੇ, ਮਤਲਬ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਸੈਸ਼ਨ ਹੈ, ਜਦੋਂ ਸੈਸ਼ਨ 'ਚ ਹੋ ਜਾਣਗੇ ਉਦੋਂ ਹੀ ਉੱਠਣਾ ਚਾਹੀਦਾ। ਆਖਰੀ ਸਵਾਲ ਮੇਰਾ, ਪੰਜਾਬ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ, ਕਿਉਂਕਿ ਅੱਜ ਪ੍ਰਕਾਸ਼ ਪੁਰਬ ਵੀ ਹੈਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਪਲੱਸ 2 ਖੁਸ਼ਖਬਰੀਆਂ, ਇਹ ਜਿਹੜੇ ਕਾਨੂੰਨ ਆ ਵੀ ਰੱਦ ਕਰ ਦਿੱਤੇ ਗਏ ਨੇ, ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਪੰਜਾਬ ਦੇ ਲੋਕਾਂ ਨੂੰ ਪਹਿਲੇ ਤਾਂ ਗੁਰਪੁਰਬ ਦੀਆਂ ਲੱਖ ਵਧਾਈਆਂ ਦੇਣਾ ਚਾਹੁੰਦੀ ਹਾਂ, ਔਰ ਨਾਲ ਹੀ ਆਪਣੇ 3 ਖੇਤੀ ਕਾਨੂੰਨ ਜਿਹੜੇ ਰੱਦ ਹੋਏ ਆ ਉਹਨਾਂ ਦੀ ਵੀ ਲੱਖ ਵਧਾਈਆਂ ਦੇਣਾ ਚਾਹੁੰਦੀ ਹਾਂ। ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਪੰਜਾਬ ਦੇ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਮੇਰੀ ਇਹ ਬੇਨਤੀ ਹੈ ਵੀ ਜੋ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਚੱਲਦਾ ਆ ਉਹਦੇ ਉੱਤੇ ਵਿਸ਼ਵਾਸ ਨਾ ਕਰਿਆ ਕਰੋ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਅਫਵਾਹਾਂ, ਬਹੁਤ ਸਾਰੀਆਂ ਏਜੰਸੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ, ਉਹ ਕੰਟੀਨਿਊਸਲੀ ਸਾਡੇ ਕਿਸਾਨੀ ਅੰਦੋਲਨ ਨੂੰ ਵੀ ਢਾਹ ਲਾਉਣ 'ਤੇ ਲੱਗੀਆਂ ਹੋਈਆਂ ਸੀਗੀਆਂ। ਔਰ ਭਾਵੇਂ ਸਾਡੇ ਜਿੰਨੇ ਕਿਸਾਨੀ ਲੀਡਰ ਆ, ਜਦੋਂ ਵੀ ਉਹ ਕੋਈ ਗੱਲ ਕਹਿੰਦੇ ਨੇ ਬਹੁਤ ਗਾਲਾਂ ਦਾ ਵਿਸ਼ਾਰ ਥੱਲੇ ਲਾ ਦਿੰਦੇ ਨੇ, ਭਾਵੇਂ ਜਿਹੜਾ ਮਰਜ਼ੀ ਬੋਲਦਾ ਹੋਵੇ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ, ਇੱਕ ਤਾਂ ਮੇਰੀ ਮੀਡੀਆ ਚੈਨਲਸ ਵਾਲਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਜਦੋਂ ਤੁਸੀਂ ਕਿਸੇ ਵੀ ਬੰਦੇ ਦੀ ਬਾਈਟ ਕਰਦੇ ਹੋ, ਜਦੋਂ ਕਿਸੇ ਦਾ ਵੀ ਲਾਈਵ ਕਰਦੇ ਹੋ, ਥੱਲੇ ਕਮੈਂਟ ਸੈਕਸ਼ਨ ਬੰਦ ਕਰ ਦਿਆ ਕਰੋ, ਤਾਂ ਕਿ ਇਹ IT ਸੈੱਲ ਬੰਦ ਹੋ ਜਾਣ ਇਹਨਾਂ ਦੇ, ਕਿਉਂਕਿ IT ਸੈੱਲ ਕਮੈਂਟ ਸੈਕਸ਼ਨ ਵਾਸਤੇ ਹੀ ਬਣਦੇ ਆ। ਕਿਸੇ ਦੀ ਇਮੇਜ ਵਿਗਾੜਤੀ, ਕਿਸੇ ਦੀ ਲਿਆਤੀ, ਠੀਕ ਹੈ, ਉਹ ਵਿਅਕਤੀਗਤ ਰੂਪ ਦੇ ਵਿੱਚ ਜਿਹੜਾ ਬੰਦਾ ਕੰਮ ਕਰ ਰਿਹਾ ਉਹ ਬੰਦੇ ਨੂੰ ਜਾਣਨਾ ਚਾਹੀਦਾ ਉਸ ਦੂਜੇ ਤਰੀਕੇ ਦੇ ਨਾਲ, ਰਾਈਟ। ਮੇਰੀ ਬੇਨਤੀ ਇਹੀ ਹੈ ਵੀ ਜਿੰਨੇ ਵੀ ਮੀਡੀਆ ਚੈਨਲਸ ਨੇ ਉਹਨਾਂ ਨੂੰ ਆਪਣਾ ਕਮੈਂਟ ਸੈਕਸ਼ਨ ਬੰਦ ਕਰਨਾ ਚਾਹੀਦਾ, ਉਹਦੇ ਨਾਲ IT ਸੈੱਲਾਂ ਦਾ ਕੰਮ ਬੰਦ ਹੋ ਜਾਊਗਾ। ਜਿਹੜੇ ਅੱਜ ਕੱਲ੍ਹ IT ਸੈੱਲ ਜਿਹੜੇ ਆ ਹਾਇਰ ਕਰ ਰਹੇ ਨੇ ਪੈਸੇ ਦੇ ਕੇ ਵੀ ਸਾਡੇ ਉਸੇ ਟਾਈਮ ਜਿੰਨੀਆਂ ਵੀ ਪੋਲੀਟੀਕਲ ਪਾਰਟੀਜ਼ ਆ ਵੀ ਚੰਗੇ ਕਮੈਂਟ ਕਰੋ, ਮਾੜੇ ਕਮੈਂਟ ਕਰੋ, ਇਹਦੀ ਛਵੀ ਵਿਗਾੜ ਦਿਓ, ਉਹਦੀ ਛਵੀ ਲੈ ਆਓ, ਇਹ ਉਹ ਜੋ ਫੇਕ ਨਿਊਜ਼ ਚੱਲਦੀਆਂ, ਜਿਵੇਂ ਕਿ ਮੇਰੇ ਬਾਰੇ ਵੀ ਚੱਲੀਆਂ ਸੀਗੀਆਂ, ਇਹਨੇ ਆਹ ਪਾਰਟੀ ਜੁਆਇਨ ਕਰ ਲਈ ਜੀ, ਇਹਨੇ ਉਹ ਪਾਰਟੀ। ਬੰਦਾ ਘਰ ਸੁੱਤਾ ਪਿਆ ਹੁੰਦਾ, ਉਹਨੂੰ ਪਤਾ ਨਹੀਂ ਹੁੰਦਾ ਕਿਸੇ ਗੱਲ ਬਾਰੇ, ਤੇ ਸੋਸ਼ਲ ਮੀਡੀਆ ਪਤਾ ਨਹੀਂ ਕੀ ਅਫਵਾਹਾਂ ਬਣਾ ਦਿੰਦਾ, ਗੱਦਾਰ ਵੀ ਬਣਾ ਦਿੰਦਾ, ਬੜਾ ਕੁਛ ਬਣਾ ਦਿੰਦਾ। ਸੋ ਮੇਰੀ ਬੇਨਤੀ ਇਹੀ ਹੈ, ਸੋਸ਼ਲ ਮੀਡੀਆ ਦੇ ਉੱਤੇ ਘੱਟ ਵਿਸ਼ਵਾਸ ਕਰਿਆ ਕਰੋ ਜਦੋਂ ਤੱਕ ਬੰਦਾ ਵਿਅਕਤੀਗਤ ਰੂਪ ਦੇ ਵਿੱਚ ਕੁਝ ਬੋਲ ਨਾ ਦੇਵੇ। ਦੂਜੀ ਗੱਲ, ਇਹ ਜਿਹੜੇ ਕਮੈਂਟ ਹੈ, ਇਹ ਸਾਰੇ ਮੀਡੀਆ ਚੈਨਲਸ ਨੂੰ ਕਮੈਂਟ ਸੈਕਸ਼ਨ ਬੰਦ ਕਰ ਦੇਣੇ ਚਾਹੀਦੇ ਆ। ਧੰਨਵਾਦ ਜੀ। ਧੰਨਵਾਦ। ਕੈਮਰਾਮੈਨ ਦੀਪਕ ਦੇ ਨਾਲ ਰਵਿੰਦਰ ਸਿੰਘ, दैनिक सवेरा TV, ਚੰਡੀਗੜ੍ਹ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।
ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ 골ਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਉਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁੱਠ ਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਦੀ ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚ ਅਣਬਣ ਜਾਦੂ ਟੋਨਾ ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ ਰੁੱਸੇ ਨੂੰ ਮਨਾਉਣਾ ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 9819937467